ਲੁਧਿਆਣਾ ਦੇ ਬਾਹਰਲੇ ਹਿੱਸੇ ਵਿੱਚ ਇੱਕ ਵੱਡੀ ਹਵੇਲੀ ਸੀ, ਜਿਸ ਦੇ ਲੋਹੇ ਦੇ ਗੇਟ ਸਵੇਰੇ ਦੀ ਧੁੱਪ ਵਿੱਚ ਚਮਕਦੇ ਸਨ। ਅੰਦਰ ਵਿਸ਼ਾਲ ਵਿਹੜਾ, ਇੱਕ ਪਾਸੇ ਤੁਲਸੀ ਦਾ ਚੌਬਾਰਾ, ਦੂਜੇ ਪਾਸੇ ਚਮਕਦਾ ਰਸੋਈ ਘਰ ਅਤੇ ਕੰਧਾਂ ਉੱਤੇ ਪੁਰਖਿਆਂ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਸਨ। ਇਸ ਹਵੇਲੀ ਦੇ ਮਾਲਕ ਸਨ ਬਲਦੇਵ ਸਿੰਘ ਤੇ ਉਹਨਾਂ ਦੀ ਪਤਨੀ ਹਰਜੀਤ ਕੌਰ। ਉਹਨਾਂ ਦਾ ਪੁੱਤਰ ਅਮਰਜੀਤ ਸਿੰਘ ਪੜ੍ਹਿਆ ਲਿਖਿਆ, ਸੁਭਾਅ ਦਾ ਚੰਗਾ ਤੇ ਨਰਮ ਦਿਲ ਵਾਲਾ ਜਵਾਨ ਸੀ। ਜਦੋਂ ਅਮਰਜੀਤ ਦਾ ਵਿਆਹ ਚੰਡੀਗੜ੍ਹ ਦੀ ਬਹੁਤ ਪੜ੍ਹੀ ਲਿਖੀ ਕੁੜੀ ਨਵਦੀਪ ਕੌਰ ਨਾਲ ਹੋਇਆ ਤਾਂ ਸਾਰੇ ਪਰਿਵਾਰ ਨੂੰ ਲੱਗਿਆ ਕਿ ਘਰ ਵਿੱਚ ਖੁਸ਼ੀਆਂ ਦੇ ਚਾਨਣ ਹੋ ਜਾਣਗੇ। ਨਵਦੀਪ ਨੇ ਇੰਗਲਿਸ਼ ਲਿਟਰੇਚਰ ਵਿੱਚ ਮਾਸਟਰਜ਼ ਕੀਤੀ ਹੋਈ ਸੀ, ਚੰਗੀ ਨੌਕਰੀ ਕੀਤੀ ਸੀ ਅਤੇ ਆਪਣੀ ਸ਼ਖਸੀਅਤ ਤੇ ਬੇਹੱਦ ਮਾਣ ਕਰਦੀ ਸੀ। ਵਿਆਹ ਵਾਲੇ ਦਿਨ ਉਸ ਦੀ ਲਾਲ ਜੋੜੇ ਵਿੱਚ ਸ਼ਾਨ ਹੀ ਵੱਖਰੀ ਸੀ। ਜਦੋਂ ਉਹ ਹਵੇਲੀ ਦੇ ਦਰਵਾਜ਼ੇ ਅੰਦਰ ਪਹਿਲੀ ਵਾਰ ਪੈਰ ਰੱਖੀ, ਹਰਜੀਤ ਕੌਰ ਨੇ ਅੱਖਾਂ ਭਰ ਕੇ ਕਿਹਾ, ਰੱਬਾ, ਮੇਰੇ ਘਰ ਦੀਆਂ ਰੌਣਕਾਂ ਹੋਰ ਵਧਾ ਦੇ। ਆਹੋ ਰੱਬਾ। ਸਭ ਦੇ ਘਰਾਂ 'ਚ ਖੁਸ਼ੀਆਂ ਭਰ ਦੇ। ਸਦਕੇ ਮਾਤਾ ਜੀ। ਸ਼ੁਰੂ ਦੇ 2-3 ਦਿਨ ਸਭ ਕੁਝ ਠੀਕ ਰਿਹਾ। ਨਵਦੀਪ ਮਿੱਠੀ ਬੋਲੀ ਬੋਲਦੀ, ਹੌਲੀ ਹੱਸਦੀ, ਮਹਿਮਾਨਾਂ ਦੇ ਸਾਹਮਣੇ ਬਹੁਤ ਸੰਭਲੀ ਹੋਈ ਲੱਗਦੀ। ਪਰ ਜਿਵੇਂ ਹੀ ਵਿਆਹ ਦੇ ਰਸਮ-ਰਿਵਾਜ ਮੁੱਕੇ, ਉਸ ਦਾ ਅਸਲ ਰੰਗ ਹੌਲੇ-ਹੌਲੇ ਸਾਹਮਣੇ ਆਉਣ ਲੱਗ ਪਿਆ। ਇੱਕ ਸਵੇਰ ਹਰਜੀਤ ਕੌਰ ਨੇ ਪਿਆਰ ਨਾਲ ਆਵਾਜ਼ ਮਾਰੀ, ਨਵਦੀਪ ਪੁੱਤ, ਜੇ ਤੂੰ ਆ ਜਾਵੇਂ ਤਾਂ ਅੱਜ ਮੈਂ ਤੈਨੂੰ ਸਾਡੇ ਘਰ ਵਾਲੀ ਦਾਲ ਬਣਾਉਣੀ ਸਿਖਾਵਾਂ। ਮੰਮੀ ਜੀ, ਮੈਂ ਕਿਚਨ ਵਾਲੀਆਂ ਚੀਜ਼ਾਂ ਲਈ ਨਹੀਂ ਬਣੀ, ਮੈਂ ਡਿਗਰੀ ਲੈ ਕੇ ਆਈ ਹਾਂ। ਉਹਦੇ ਡਰੇ ਨਾਲ ਅਕਲ ਨਹੀਂ ਆਉਂਦੀ। ਰੋਜ਼ੀ ਰੋਟੀ ਲਈ ਇਹ ਵੀ ਜ਼ਰੂਰੀ ਹੈ। ਹਾਂ, ਘਰ ਦਾ ਕੰਮ ਵੀ ਇੱਕ ਵੱਡੀ ਡਿਗਰੀ ਹੈ। ਕੋਈ ਗੱਲ ਨਹੀਂ ਪੁੱਤ, ਜਿਵੇਂ ਤੇਰੀ ਮਰਜ਼ੀ। ਉਸ ਦਿਨ ਤੋਂ ਨਵਦੀਪ ਨੇ ਘਰ ਨੂੰ ਘਰ ਨਹੀਂ, ਇੱਕ ਹੋਟਲ ਸਮਝਣਾ ਸ਼ੁਰੂ ਕਰ ਦਿੱਤਾ। ਉਹ ਨੌਕਰਾਂ ਨੂੰ ਹੁਕਮ ਉੱਤੇ ਹੁਕਮ ਦਿੰਦੀ, ਕਦੇ ਕਹਿੰਦੀ ਪਰਦੇ ਬਦਲੋ, ਕਦੇ ਕਹਿੰਦੀ ਇਹ ਖਾਣਾ ਬੇਕਾਰ ਹੈ, ਕਦੇ ਕਹਿੰਦੀ ਇਹ ਪਿੰਡਾਂ ਵਾਲਾ ਸਿਸਟਮ ਮੇਰੇ ਲਈ ਨਹੀਂ, ਮੈਂ ਮਾਡਰਨ ਲਾਈਫ ਜੀਣੀ ਆ। ਅਮਰਜੀਤ ਪਹਿਲਾਂ ਹੱਸ ਕੇ ਟਾਲਦਾ ਰਿਹਾ। ਉਸ ਨੂੰ ਲੱਗਦਾ ਸੀ ਨਵੀਂ ਨੂੰਹ ਹੈ, ਥੋੜਾ ਸਮਾਂ ਲੱਗੇਗਾ। ਪਰ ਕੁਝ ਹਫ਼ਤੇ ਬਾਅਦ ਗੱਲਾਂ ਵਿੱਚ ਕੜਵਾਹਟ ਆਉਣੀ ਸ਼ੁਰੂ ਹੋ ਗਈ। ਇੱਕ ਸ਼ਾਮ ਸਾਰੇ ਪਰਿਵਾਰ ਵਾਲੇ ਡਾਈਨਿੰਗ ਟੇਬਲ ਤੇ ਬੈਠੇ ਸਨ। ਹਰਜੀਤ ਕੌਰ ਨੇ ਨਵਦੀਪ ਨੂੰ ਕਿਹਾ, ਪੁੱਤਰ, ਬਲਦੇਵ ਸਿੰਘ ਲਈ ਚਾਹ ਲੈ ਆਵੇਂ, ਮੈਂ ਰੋਟੀ ਲਾ ਰਹੀ ਹਾਂ। ਨਵਦੀਪ ਨੇ ਚਮਚ ਪਲੇਟ ਵਿੱਚ ਰੱਖਿਆ ਤੇ ਠੰਡੇ ਸੁਰ ਵਿੱਚ ਬੋਲੀ, ਕੀ ਮੈਂ ਫੁੱਲ ਟਾਈਮ ਮੇਡ ਹਾਂ? ਸਾਰਾ ਕਮਰਾ ਸੁੰਨ ਹੋ ਗਿਆ। ਬਲਦੇਵ ਸਿੰਘ ਨੇ ਨਿਗਾਹ ਥੱਲੇ ਕਰ ਲਈ। ਅਮਰਜੀਤ ਨੇ ਹੌਲੀ ਆਵਾਜ਼ ਵਿੱਚ ਕਿਹਾ, ਨਵਦੀਪ, ਇੰਜ ਨਹੀਂ ਬੋਲਦੇ। ਇਹ ਪਹਿਲੀ ਵਾਰ ਸੀ ਜਦੋਂ ਹਰਜੀਤ ਕੌਰ ਦਾ ਦਿਲ ਅੰਦਰੋਂ ਚੀਰਿਆ ਗਿਆ, ਪਰ ਉਸਨੇ ਉਸ ਰਾਤ ਵੀ ਕੁਝ ਨਾ ਕਿਹਾ। ਉਹ ਜਾਣਦੀ ਸੀ ਕਿ ਗੁੱਸੇ ਵਿੱਚ ਕਹੀ ਗੱਲ ਮਨ ਵਿੱਚ ਹੋਰ ਜ਼ਹਿਰ ਭਰ ਦਿੰਦੀ ਹੈ। ਸਮਾਂ ਲੰਘਦਾ ਗਿਆ। ਨਵਦੀਪ ਦੀ ਪੜ੍ਹਾਈ ਉਸ ਦੀ ਨਿਮਰਤਾ ਬਣਨ ਦੀ ਬਜਾਏ ਉਸ ਦਾ ਅਹੰਕਾਰ ਬਣ ਗਈ। ਉਹ ਹਰਜੀਤ ਕੌਰ ਦੇ ਬਣਾਏ ਖਾਣੇ ਵਿੱਚ ਨੁਕਸ ਕੱਢਦੀ। ਇੰਨਾ ਤੇਲ ਕੌਣ ਪਾਉਂਦਾ? ਇਹ ਕੋਈ ਸਿਵਲਾਈਜ਼ਡ ਫੂਡ ਹੈ? ਇਹ ਘਰ ਦੇ ਰੂਲਸ ਬਹੁਤ ਆਊਟਡੇਟਿਡ ਨੇ। ਮੈਂ ਚੰਡੀਗੜ੍ਹ ਤੋਂ ਆਈ ਹਾਂ, ਮੈਨੂੰ ਇਹਨਾਂ ਪੁਰਾਣੀਆਂ ਸੋਚਾਂ ਨਾਲ ਨਾ ਜੋੜੋ। ਨੌਕਰਾਣੀ ਸ਼ਾਂਤੀ ਇੱਕ ਦਿਨ ਰੋਂਦੀ ਹੋਈ ਹਰਜੀਤ ਕੋਲ ਆਈ, ਬੀਬੀ ਜੀ, ਮੈਂ ਹੁਣ ਇੱਥੇ ਕੰਮ ਨਹੀਂ ਕਰ ਸਕਦੀ, ਮੈਡਮ ਰੋਜ਼ ਬੇਇੱਜ਼ਤੀ ਕਰਦੀਆਂ ਨੇ। ਹਰਜੀਤ ਨੇ ਉਸ ਨੂੰ ਮਨਾਇਆ, ਪਰ ਨਵਦੀਪ ਨੂੰ ਸਮਝਾਉਣ ਦੀ ਹਰ ਕੋਸ਼ਿਸ਼ ਨਾਕਾਮ ਰਹੀ। ਮੰਮੀ ਜੀ, ਨਵਦੀਪ ਨੇ ਇੱਕ ਦਿਨ ਸਿੱਧਾ ਕਹਿ ਦਿੱਤਾ, ਰਿਸਪੈਕਟ ਅਰਨਡ ਹੁੰਦੀ ਹੈ, ਏਜ ਨਾਲ ਨਹੀਂ ਮਿਲਦੀ। ਹਰਜੀਤ ਕੌਰ ਨੇ ਉਸ ਦੀ ਅੱਖਾਂ ਵਿੱਚ ਵੇਖਿਆ। ਉਹਨਾਂ ਅੱਖਾਂ ਵਿੱਚ ਨਾ ਘਰ ਸੀ, ਨਾ ਆਪਣਾਪਣ, ਨਾ ਸੰਸਕਾਰ, ਸਿਰਫ ਆਪਣੀ ਪੜ੍ਹਾਈ ਦਾ ਗਰੂਰ ਸੀ। ਉਸ ਰਾਤ ਹਰਜੀਤ ਕੌਰ ਛੱਤ ਤੇ ਖੜੀ ਦੂਰ ਦੇ ਚਾਨਣ ਵੇਖ ਰਹੀ ਸੀ। ਅਮਰਜੀਤ ਉਸ ਦੇ ਕੋਲ ਆ ਗਿਆ। ਮਾਂ ਜੀ, ਮੈਂ ਕੋਸ਼ਿਸ਼ ਕਰ ਰਿਹਾ, ਪਰ ਇਹ ਬਦਲਦੀ ਹੀ ਨਹੀਂ। ਹਰਜੀਤ ਨੇ ਡੂੰਘੀ ਸਾਹ ਲਈ। ਪੁੱਤ, ਕੁਝ ਸਬਕ ਬੋਲ ਕੇ ਨਹੀਂ, ਜ਼ਿੰਦਗੀ ਖੁਦ ਸਿਖਾਉਂਦੀ ਹੈ। ਅਮਰਜੀਤ ਨੇ ਹੈਰਾਨ ਹੋ ਕੇ ਮਾਂ ਵੱਲ ਵੇਖਿਆ। ਤੁਸੀਂ ਕੀ ਸੋਚ ਰਹੇ ਹੋ? ਹਰਜੀਤ ਕੌਰ ਦੇ ਚਿਹਰੇ ਤੇ ਸੰਯਮ ਸੀ। ਮੈਂ ਇਸ ਨੂੰ ਤੋੜਨਾ ਨਹੀਂ ਚਾਹੁੰਦੀ, ਮੈਂ ਇਸ ਨੂੰ ਬਣਾਉਣਾ ਚਾਹੁੰਦੀ ਹਾਂ, ਪਰ ਹੁਣ ਇਸ ਨੂੰ ਆਪਣੇ ਆਪ ਨੂੰ ਵੇਖਣਾ ਪਵੇਗਾ। ਦੂਜੇ ਦਿਨ ਤੋਂ ਘਰ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਹਰਜੀਤ ਨੇ ਨੌਕਰਾਂ ਨੂੰ ਕੁਝ ਦਿਨ ਦੀ ਛੁੱਟੀ ਦੇ ਦਿੱਤੀ। ਅਮਰਜੀਤ ਨੂੰ ਕੰਪਨੀ ਦੇ ਕੰਮ ਨਾਲ ਦਿੱਲੀ ਭੇਜ ਦਿੱਤਾ ਗਿਆ। ਬਲਦੇਵ ਸਿੰਘ ਵੀ ਆਪਣੇ ਖੇਤਾਂ ਦੀ ਦੇਖਭਾਲ ਲਈ ਬਾਹਰ ਜਾਣ ਲੱਗੇ। ਹਵੇਲੀ ਦੀ ਸਾਰੀ ਜ਼ਿੰਮੇਵਾਰੀ ਅਚਾਨਕ ਨਵਦੀਪ ਉੱਤੇ ਆ ਗਈ। ਸਵੇਰੇ ਜਦੋਂ ਉਹ ਉੱਠੀ ਤਾਂ ਕਿਚਨ ਵਿੱਚ ਨਾ ਨਾਸ਼ਤਾ ਤਿਆਰ ਸੀ, ਨਾ ਚਾਹ। ਉਹ ਹੌਲੀ ਗੁੱਸੇ ਨਾਲ ਬੋਲੀ, ਸ਼ਾਂਤੀ, ਰਾਮੂ ਕੋਈ ਹੈ? ਸ਼ਾਂਤੀ, ਰਾਮੂ ਕੋਈ ਹੈ? ਸ਼ਾਂਤੀ, ਰਾਮੂ ਕੋਈ ਹੈ?
ਹਰਜੀਤ ਕੌਰ ਅੰਦਰੋਂ ਆਈ ਤੇ ਸ਼ਾਂਤ ਆਵਾਜ਼ ਵਿੱਚ ਕਹਿੰਦੀ ਹੈ, ਅੱਜ ਕੋਈ ਨਹੀਂ ਆਇਆ ਪੁੱਤ, ਸੋਚਿਆ ਤੂੰ ਪੜ੍ਹੀ ਲਿਖੀ ਹੈ, ਘਰ ਸੰਭਾਲਣਾ ਤੇਰੇ ਲਈ ਔਖਾ ਨਹੀਂ ਹੋਵੇਗਾ। ਨਵਦੀਪ ਨੇ ਤਿੜਕ ਕੇ ਕਿਹਾ, ਮੈਂ ਇਹ ਸਭ ਨਹੀਂ ਕਰ ਸਕਦੀ। ਹਰਜੀਤ ਨੇ ਪਹਿਲੀ ਵਾਰ ਉਸ ਦੀ ਗੱਲ ਨੂੰ ਨਰਮੀ ਨਾਲ ਨਹੀਂ, ਸੱਚਾਈ ਨਾਲ ਵਾਪਸ ਕੀਤਾ। ਫਿਰ ਤੂੰ ਕਰਦੀ ਕੀ ਹੈ ਪੁੱਤ? ਘਰ ਦੇ ਲੋਕਾਂ ਨੂੰ ਇੱਜ਼ਤ ਵੀ ਨਹੀਂ, ਕੰਮ ਵੀ ਨਹੀਂ, ਪਿਆਰ ਵੀ ਨਹੀਂ। ਇਹ ਬਾਤ ਤੀਰ ਵਾਂਗ ਜਾ ਲੱਗੀ, ਪਰ ਨਵਦੀਪ ਨੇ ਅਹੰਕਾਰ ਦੀ ਚਾਦਰ ਓਢੀ ਰੱਖੀ। ਮੈਂ ਮੈਨੇਜਰ ਨਹੀਂ, ਨਾ ਮੇਡ, ਨੂੰਹ ਹੈ ਪੁੱਤ, ਹਰਜੀਤ ਨੇ ਕਿਹਾ, ਤੇ ਨੂੰਹ ਘਰ ਤੋੜਦੀ ਨਹੀਂ, ਜੋੜਦੀ ਹੈ। ਪਰ ਉਸ ਦਿਨ ਕੋਈ ਵੀ ਨਵਦੀਪ ਦੀ ਮਦਦ ਲਈ ਨਹੀਂ ਆਇਆ। ਉਸਨੇ ਚਾਹ ਬਣਾਉਣ ਦੀ ਕੋਸ਼ਿਸ਼ ਕੀਤੀ, ਦੁੱਧ ਉਫਣ ਗਿਆ। ਰੋਟੀ ਬਣਾਉਣੀ ਚਾਹੀ ਤਾਂ ਆਟੇ ਨਾਲ ਹੱਥ ਗੰਦੇ ਹੋਣ ਉੱਤੇ ਹੀ ਚਿੜ ਗਈ। ਦਾਲ ਵਿੱਚ ਨਮਕ ਦੁੱਗਣਾ ਪੈ ਗਿਆ। ਦੁਪਹਿਰ ਤੱਕ ਉਹ ਪਸੀਨੇ ਨਾਲ ਲੱਥਪੱਥ, ਗੁੱਸੇ ਅਤੇ ਥਕਾਵਟ ਨਾਲ ਬੇਹਾਲ ਹੋ ਚੁੱਕੀ ਸੀ। ਸ਼ਾਮ ਤੱਕ ਹਰਜੀਤ ਕੌਰ ਨੇ ਸਿਰਫ ਇਹ ਕਿਹਾ, ਖਾਣਾ ਤਿਆਰ ਹੈ? ਨਵਦੀਪ ਦੀਆਂ ਅੱਖਾਂ ਭਰ ਆਈਆਂ। ਨਹੀਂ ਬਣਿਆ। ਫਿਰ ਅੱਜ ਸਭ ਭੁੱਖੇ ਰਹਿਣਗੇ, ਹਰਜੀਤ ਨੇ ਕਿਹਾ ਤੇ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਉਹ ਰਾਤ ਨਵਦੀਪ ਨੂੰ ਪਹਿਲੀ ਵਾਰ ਆਪਣੀ ਹਵੇਲੀ ਜੇਲ੍ਹ ਵਾਂਗ ਲੱਗੀ। ਵੱਡੇ ਕਮਰੇ, ਉੱਚੀਆਂ ਛੱਤਾਂ, ਲੰਬੇ ਪਰਦੇ, ਸਭ ਉਸਨੂੰ ਡਰਾਉਣੇ ਲੱਗ ਰਹੇ ਸਨ। ਉਸਨੇ ਅਮਰਜੀਤ ਨੂੰ ਫੋਨ ਕੀਤਾ, ਤੂੰ ਕਦੋਂ ਆਉਣਾ ਹੈ? ਕੁਝ ਦਿਨ ਲੱਗਣਗੇ ਨਵਦੀਪ, ਮੈਨੂੰ ਇੱਥੇ ਅਜੀਬ ਲੱਗ ਰਿਹਾ। ਘਰ ਤਾੜੀਏ ਤਾਂ ਘਰ ਅਜੀਬ ਹੀ ਲੱਗਦਾ ਹੈ, ਅਮਰਜੀਤ ਨੇ ਬਹੁਤ ਹੌਲੀ ਆਵਾਜ਼ ਵਿੱਚ ਕਿਹਾ। ਫੋਨ ਕੱਟ ਗਿਆ। ਨਵਦੀਪ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਉਸਦੀ ਆਪਣੀ ਬੋਲੀ ਹੋਈਆਂ ਗੱਲਾਂ ਹੁਣ ਉਸਦੇ ਸਾਹਮਣੇ ਆ ਖੜੀਆਂ ਹਨ। ਅਗਲੇ ਕੁਝ ਦਿਨ ਹੋਰ ਵੀ ਔਖੇ ਗਏ। ਕੱਪੜੇ ਨਾ ਸਮੇਟੇ ਜਾਂਦੇ, ਕਿਚਨ ਨਾ ਸੰਭਲਦੀ, ਬਜ਼ੁਰਗਾਂ ਦੀਆਂ ਦਵਾਈਆਂ ਦਾ ਟਾਈਮ ਭੁੱਲ ਜਾਂਦੀ। ਬਲਦੇਵ ਸਿੰਘ ਦੀ ਸ਼ੂਗਰ ਡਾਊਨ ਹੋ ਗਈ ਕਿਉਂਕਿ ਉਹਨਾਂ ਨੂੰ ਸਮੇਂ ਤੇ ਖਾਣਾ ਨਾ ਮਿਲਿਆ। ਹਰਜੀਤ ਕੌਰ ਨੇ ਕੁਝ ਨਹੀਂ ਕਿਹਾ, ਸਿਰਫ ਆਪ ਚੁੱਪਚਾਪ ਸੰਭਾਲ ਲਿਆ। ਪਰ ਉਹ ਚੁੱਪ ਨਵਦੀਪ ਨੂੰ ਚੁਭਣ ਲੱਗ ਪਈ। ਦੀਪ ਨੇ ਵੇਖਿਆ ਕਿ ਹਰਜੀਤ ਕੌਰ ਹੌਲੀ-ਹੌਲੀ ਸੀੜੀਆਂ ਚੜ੍ਹ ਰਹੀ ਹੈ। ਹੱਥ ਵਿੱਚ ਕੱਪੜਿਆਂ ਦੀ ਟੋਕਰੀ ਹੈ। ਨਵਦੀਪ ਨੇ ਅਚਾਨਕ ਪੁੱਛਿਆ, ਮੰਮੀ ਜੀ ਤੁਸੀਂ ਇਹ ਸਭ ਰੋਜ਼ ਕਰਦੇ ਸੀ? ਹਰਜੀਤ ਰੁਕੀ। ਹਾਂ ਪੁੱਤ, ਸਾਲਾਂ ਤੋਂ, ਤੇ ਖੁਸ਼ੀ ਨਾਲ ਕਰਦੀ ਸੀ ਕਿਉਂਕਿ ਇਹ ਮੇਰਾ ਘਰ ਹੈ। ਨਵਦੀਪ ਚੁੱਪ ਰਹੀ। ਹਰਜੀਤ ਨੇ ਫਿਰ ਕਿਹਾ, ਪੜ੍ਹਾਈ ਬਹੁਤ ਵੱਡੀ ਗੱਲ ਹੈ, ਪਰ ਜੇ ਪੜ੍ਹਾਈ ਮਨੁੱਖ ਨੂੰ ਨਿਮਰ ਨਾ ਬਣਾਵੇ ਤਾਂ ਉਹ ਸਿਰਫ ਕਾਗਜ਼ ਰਹਿ ਜਾਂਦੀ ਹੈ। ਉਸ ਰਾਤ ਨਵਦੀਪ ਨੇ ਆਪਣੀ ਅਲਮਾਰੀ ਵਿੱਚ ਰੱਖੀਆਂ ਡਿਗਰੀਆਂ ਵੇਖੀਆਂ, ਫਰੇਮ ਕੀਤੀਆਂ ਹੋਈਆਂ, ਸੁੰਦਰ, ਚਮਕਦਾਰ। ਉਸਨੇ ਅਚਾਨਕ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਿਆ, ਸੋਹਣਾ, ਸਜਿਆ ਹੋਇਆ, ਪਰ ਅੰਦਰੋਂ ਖਾਲੀ। ਉਸਦੇ ਕੰਨਾਂ ਵਿੱਚ ਆਪਣੀਆਂ ਹੀ ਗੱਲਾਂ ਗੂੰਜਣ ਲੱਗੀਆਂ, ਮੈਂ ਮੇਡ ਨਹੀਂ, ਇਹ ਆਊਟਡੇਟਡ ਸੋਚ, ਰਿਸਪੈਕਟ ਅਰਨਡ ਹੁੰਦੀ ਹੈ। ਉਹ ਬਿਸਤਰੇ ਦੇ ਕੋਲ ਫਰਸ਼ ਤੇ ਬੈਠ ਗਈ ਤੇ ਪਹਿਲੀ ਵਾਰ ਫੁੱਟ-ਫੁੱਟ ਕੇ ਰੋਈ। ਮੈਂ ਕੀ ਬਣ ਗਈ ਹਾਂ, ਉਸਦੇ ਮੂੰਹੋਂ ਨਿਕਲਿਆ। ਸਵੇਰੇ ਉਹ ਜ਼ਿਆਦਾ ਜਲਦੀ ਉੱਠੀ, ਹੌਲੀ ਜਾ ਕੇ ਕਿਚਨ ਵਿੱਚ ਖੜ ਗਈ, YouTube ਰੈਸਿਪੀ ਚਲਾਈ, ਚਾय ਬਣਾਉਣੀ ਸਿੱਖੀ, ਫਿਰ ਹਰਜੀਤ ਦੇ ਕੋਲ ਗਈ। ਮੰਮੀ ਜੀ, ਉਸਦੀ ਆਵਾਜ਼ ਕੰਬ ਰਹੀ ਸੀ, ਤੁਸੀਂ ਮੈਨੂੰ ਪਰੌਂਠਾ ਬਣਾਉਣਾ ਸਿਖਾ ਦਿਓਗੇ? ਹਰਜੀਤ ਕੌਰ ਨੇ ਉਸਦੀ ਅੱਖਾਂ ਵਿੱਚ ਪਹਿਲੀ ਵਾਰ ਅਹੰਕਾਰ ਦੀ ਥਾਂ ਨਰਮੀ ਵੇਖੀ। ਫਿਰ ਵੀ ਉਹਨੇ ਆਪਣੇ ਆਪ ਨੂੰ ਸੰਭਾਲਿਆ। ਸਿੱਖਣਾ ਹੈ ਤਾਂ ਸਬਰ ਵੀ ਰੱਖਣਾ ਪੈਣਾ। ਰੱਖਾਂਗੀ, ਨਵਦੀਪ ਨੇ ਹੌਲੀ ਕਿਹਾ। ਉਸ ਦਿਨ ਆਟਾ ਗੁੰਦਦਿਆਂ ਨਵਦੀਪ ਦੇ ਹੱਥ ਗੰਦੇ ਹੋਏ, ਮੱਥੇ ਤੇ ਪਸੀਨਾ ਆਇਆ, ਪਰ ਉਹਨੇ ਗੁੱਸਾ ਨਹੀਂ ਕੀਤਾ। ਪਰੌਂਠਾ ਪਹਿਲਾਂ ਟੇਢਾ ਬਣਿਆ, ਫਿਰ ਸੜ ਗਿਆ। ਹਰਜੀਤ ਨੇ ਕਿਹਾ, ਰੋਟੀ ਗੋਲ ਨਾ ਹੋਵੇ ਚੱਲੂ, ਮਨ ਸਿੱਧਾ ਹੋਣਾ ਚਾਹੀਦਾ ਹੈ। ਨਵਦੀਪ ਦੀਆਂ ਅੱਖਾਂ ਫਿਰ ਭਰ ਆਈਆਂ। ਦਿਨਾਂ ਦੇ ਨਾਲ ਬਦਲਾਵ ਦਿਖਣ ਲੱਗਾ। ਉਹ ਬਲਦੇਵ ਸਿੰਘ ਨੂੰ ਸਮੇਂ ਤੇ ਦਵਾਈ ਦੇਣ ਲੱਗੀ, ਹਰਜੀਤ ਨਾਲ ਬਾਜ਼ਾਰ ਜਾਣ ਲੱਗੀ, ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗੀ। ਸ਼ਾਂਤੀ ਵਾਪਸ ਆਈ ਤਾਂ ਨਵਦੀਪ ਨੇ ਉਸਨੂੰ ਰੋਕ ਕੇ ਕਿਹਾ, ਸ਼ਾਂਤੀ, ਮੈਨੂੰ ਮਾਫ ਕਰ ਦੇ, ਮੈਂ ਤੇਰੇ ਨਾਲ ਬਹੁਤ ਮਾੜਾ ਵਤੀਰਾ ਕੀਤਾ। ਸ਼ਾਂਤੀ ਹੈਰਾਨ ਰਹਿ ਗਈ। ਮੈਡਮ ਜੀ, ਕੋਈ ਗੱਲ ਨਹੀਂ। ਨਹੀਂ, ਨਵਦੀਪ ਨੇ ਕਿਹਾ, ਗੱਲ ਹੈ, ਬੇਇੱਜ਼ਤੀ ਕਦੇ ਛੋਟੀ ਨਹੀਂ ਹੁੰਦੀ। ਜਦੋਂ ਅਮਰਜੀਤ ਦਿੱਲੀ ਤੋਂ ਵਾਪਸ ਆਇਆ, ਉਹਨੇ ਘਰ ਦਾ ਮਾਹੌਲ ਹੀ ਬਦਲਿਆ ਹੋਇਆ ਪਾਇਆ। ਵਿਹੜੇ ਵਿੱਚ ਹਰਜੀਤ ਤੇ ਨਵਦੀਪ ਇਕੱਠੇ ਅੰਬ ਦਾ ਅਚਾਰ ਪਾ ਰਹੀਆਂ ਸਨ। ਬਲਦੇਵ ਸਿੰਘ ਹੱਸਦੇ ਹੋਏ ਅਖਬਾਰ ਪੜ੍ਹ ਰਹੇ ਸਨ। ਅਮਰਜੀਤ ਚੁੱਪਚਾਪ ਖੜਾ ਵੇਖਦਾ ਰਹਿ ਗਿਆ। ਨਵਦੀਪ ਉਸਦੇ ਕੋਲ ਆਈ। ਅਮਰਜੀਤ, ਮੈਂ ਤੇਰੇ ਨਾਲ ਵੀ ਬਹੁਤ ਗਲਤ ਕੀਤਾ। ਅਮਰਜੀਤ ਨੇ ਨਰਮੀ ਨਾਲ ਪੁੱਛਿਆ, ਹੁਣ ਕੀ ਬਦਲ ਗਿਆ? ਨਵਦੀਪ ਨੇ ਡੂੰਘੀ ਸਾਹ ਲਈ। ਮੈਨੂੰ ਲੱਗਦਾ ਸੀ ਡਿਗਰੀ ਨਾਲ ਇਨਸਾਨ ਵੱਡਾ ਬਣ ਜਾਂਦਾ, ਪਰ ਮੰਮੀ ਜੀ ਨੇ ਦਿਖਾਇਆ ਕਿ ਵੱਡਾ ਦਿਲ, ਵੱਡੀ ਸੋਚ ਤੇ ਵੱਡਾ ਸੰਸਕਾਰ ਹੋਵੇ ਤਾਂ ਹੀ ਇਨਸਾਨ ਵੱਡਾ ਹੁੰਦਾ। ਅਮਰਜੀਤ ਦੀਆਂ ਅੱਖਾਂ ਭਿੱਜ ਗਈਆਂ। ਮੈਂ ਇਹ ਗੱਲ ਕਦੋਂ ਤੋਂ ਸੁਣਨਾ ਚਾਹੁੰਦਾ ਸੀ। ਸ਼ਾਮ ਨੂੰ ਵਿਹੜੇ ਵਿੱਚ ਹਵਾ ਹੌਲੀ ਚੱਲ ਰਹੀ ਸੀ। ਨਵਦੀਪ ਚੁੱਪਚਾਪ ਹਰਜੀਤ ਦੇ ਕੋਲ ਆ ਬੈਠੀ। ਕੁਝ ਪਲ ਚੁੱਪੀ ਰਹੀ। ਫਿਰ ਨਵਦੀਪ ਨੇ ਹੌਲੀ ਜਾ ਕੇ ਹਰਜੀਤ ਦੇ ਪੈਰ ਛੂ ਲਏ। ਮੰਮੀ ਜੀ, ਮੈਨੂੰ ਮਾਫ ਕਰ ਦਿਓ, ਮੈਂ ਇਸ ਘਰ ਨੂੰ ਘਰ ਨਹੀਂ ਸਮਝਿਆ।
ਮੈਂ ਤੁਹਾਨੂੰ ਮਾਂ ਨਹੀਂ ਸਮਝਿਆ, ਮੈਂ ਪੜ੍ਹੀ ਹੋਈ ਕੇ ਵੀ ਅਨਪੜ੍ਹ ਨਿਕਲੀ। ਹਰਜੀਤ ਕੌਰ ਦੇ ਹੱਥ ਕੰਬੇ। ਉਹਨੇ ਝੱਟ ਨਵਦੀਪ ਨੂੰ ਖੜਾ ਕੀਤਾ ਤੇ ਗਲੇ ਨਾਲ ਲਾ ਲਿਆ। ਬਸ ਪੁੱਤ, ਹੋ ਗਿਆ। ਮੈਨੂੰ ਤੇਰੇ ਬਦਲਣ ਦੀ ਉਡੀਕ ਸੀ ਤੇ ਅੱਜ ਮੇਰੀ ਉਡੀਕ ਮੁੱਕ ਗਈ। ਨਵਦੀਪ ਬੱਚੀ ਵਾਂਗ ਰੋ ਪਈ। ਤੁਸੀਂ ਮੈਨੂੰ ਸਜ਼ਾ ਨਹੀਂ ਦਿੱਤੀ, ਤੁਸੀਂ ਮੈਨੂੰ ਬਚਾ ਲਿਆ। ਹਰਜੀਤ ਨੇ ਉਸਦੇ ਸਿਰ ਤੇ ਹੱਥ ਫੇਰਿਆ। ਨੂੰਹ ਨੂੰ ਹਰਾਉਣਾ ਨਹੀਂ ਹੁੰਦਾ, ਉਸਨੂੰ ਸਮਝਾਉਣਾ ਹੁੰਦਾ ਹੈ। ਜੇ ਮੈਂ ਵੀ ਗੁੱਸੇ ਵਿੱਚ ਤੈਨੂੰ ਤੱਕ ਦੇਂਦੀ, ਤੂੰ ਹੋਰ ਦੂਰ ਹੋ ਜਾਂਦੀ। ਮੈਂ ਚਾਹੁੰਦੀ ਸੀ ਤੂੰ ਇਸ ਘਰ ਵਿੱਚ ਸਿਰਫ ਵਿਆਹ ਕੇ ਨਾ ਆਵੇ, ਦਿਲ ਨਾਲ ਵੀ ਵਸੇ। ਉਹੀ ਵੇਲੇ ਬਲਦੇਵ ਸਿੰਘ ਤੇ ਅਮਰਜੀਤ ਵੀ ਆ ਗਏ। ਅਮਰਜੀਤ ਮੁਸਕਰਾਇਆ। ਹੁਣ ਤਾਂ ਆਫੀਸ਼ੀਅਲ ਪੀਸ ਐਗਰੀਮੈਂਟ ਹੋ ਗਿਆ। ਨਵਦੀਪ ਹੰਝੂਆਂ ਵਿੱਚ ਹੱਸ ਪਈ। ਹਾਂ, ਤੇ ਇਸ ਵਾਰ ਮੈਂ ਸਾਈਨ ਦਿਲ ਨਾਲ ਕੀਤਾ। ਬਲਦੇਵ ਸਿੰਘ ਨੇ ਅਸੀਸ ਦਿੱਤੇ। ਰੱਬ ਕਰੇ ਇਸ ਘਰ ਵਿੱਚ ਇਹੋ ਜਿਹੀ ਸਮਝ ਸਦਾ ਬਣੀ ਰਹੇ। ਸਮਾਂ ਲੰਘਦਾ ਗਿਆ। ਹੁਣ ਨਵਦੀਪ ਸਵੇਰੇ ਸਭ ਤੋਂ ਪਹਿਲਾਂ ਉੱਠਦੀ, ਹਰਜੀਤ ਨਾਲ ਮਿਲ ਕੇ ਚਾਹ ਬਣਾਉਂਦੀ, ਘਰ ਦੀਆਂ ਲੋੜਾਂ ਪੁੱਛਦੀ, ਅਮਰਜੀਤ ਦੇ ਕੰਮ ਦੀ ਚਿੰਤਾ ਕਰਦੀ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਸਨੇ ਆਪਣੀ ਪੜ੍ਹਾਈ ਛੱਡ ਦਿੱਤੀ। ਉਲਟ, ਉਹਨੇ ਹਰਜੀਤ ਦੀ ਸਲਾਹ ਨਾਲ ਘਰ ਦੇ ਇੱਕ ਕਮਰੇ ਵਿੱਚ ਛੋਟਾ ਜਿਹਾ ਟਿਊਸ਼ਨ ਸੈਂਟਰ ਸ਼ੁਰੂ ਕਰ ਦਿੱਤਾ, ਜਿੱਥੇ ਨੇੜਲੇ ਪਿੰਡਾਂ ਦੀਆਂ ਕੁੜੀਆਂ ਨੂੰ ਇੰਗਲਿਸ਼ ਅਤੇ ਬੇਸਿਕ ਕੰਪਿਊਟਰ ਸਿਖਾਉਣ ਲੱਗ ਪਈ। The end.